ਹਾਂਜੀ ਬੱਚਿਓ, ਅੱਜ ਦੇ ਟੌਪਿਕ ਦਾ ਨਾਮ ਹੈਗਾ ਪਲਾਂਟ ਕਿੰਗਡਮ। ਜੇ ਆਪਾਂ ਪਲਾਂਟ ਕਿੰਗਡਮ ਦੀ ਗੱਲ ਕਰੀਏ ਤਾਂ ਪਲਾਂਟ ਕਿੰਗਡਮ ਮਤਲਬ ਇੱਕ ਕੈਟਾਗਰੀ ਦੇ ਵਿੱਚ ਆਪਾਂ ਸਾਰੇ ਹੀ ਤਰ੍ਹਾਂ ਦੇ ਪਲਾਂਟਸ ਨੂੰ ਰੱਖ ਲਿਆ। ਸਾਰੇ ਤਰ੍ਹਾਂ ਦੇ ਪਲਾਂਟਸ, ਹਾਂਜੀ। ਜਿਵੇਂ ਆਪਾਂ ਗੱਲ ਕਰੀਏ, ਕੁਝ ਪਲਾਂਟ ਇਦਾਂ ਦੇ ਜਿਨ੍ਹਾਂ ਨੂੰ ਫੁੱਲ ਲੱਗਦੇ ਆ, ਦੇ ਆਰ ਫਲਾਵਰਿੰਗ ਪਲਾਂਟਸ। ਕੁਝ ਪਲਾਂਟਸ ਇਦਾਂ ਦੇ ਆ ਵੀ ਜਿਨ੍ਹਾਂ ਨੂੰ ਫੁੱਲ ਨਹੀਂ ਲੱਗਦੇ। ਕੁਝ ਪਲਾਂਟ ਇਦਾਂ ਦੇ ਆ ਵੀ ਜਿਨ੍ਹਾਂ ਦੀਆਂ ਮੈਡੀਸਨਲ ਪ੍ਰੋਪਰਟੀਜ਼ ਹੈਗੀਆਂ। ਕੁਝ ਪਲਾਂਟਸ ਇਦਾਂ ਦੇ ਆ ਵੀ ਬਹੁਤ ਛੋਟੇ ਆ, ਜੇ ਆਪਾਂ ਬੰਚ ਦੇ ਵਿੱਚ ਦੇਖੀਏ ਤਾਂ ਆਪਾਂ ਨੂੰ ਦਿਖਣਗੇ, ਇਕੱਠੇ ਦੇਖੀਏ ਤਾਂ ਆਪਾਂ ਨੂੰ ਦਿਖਣਗੇ। ਜੇ ਆਪਾਂ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਦੇਖਣਾ ਹੋਵੇ ਤਾਂ ਆਪਾਂ ਨੂੰ ਮਾਈਕਰੋਸਕੋਪ ਦੀ ਵੀ ਲੋੜ ਪੈ ਜਾਂਦੀ ਆ। ਜਿਵੇਂ ਐਲਗੀ ਆ, ਐਲਗੀ ਵੀ ਹਾਂਜੀ ਆਪਣੇ ਕੋਲ ਪਲਾਂਟ ਕਿੰਗਡਮ ਦਾ ਇੱਕ ਹਿੱਸਾ। ਪਲਾਂਟ ਨੂੰ ਪੜ੍ਹਨ ਤੋਂ ਪਹਿਲਾਂ, ਪਲਾਂਟ ਕਿੰਗਡਮ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਪਲਾਂਟ ਨੂੰ ਕਲਾਸੀਫਾਈ ਕਰਨਾ ਆਉਣਾ ਚਾਹੀਦਾ। ਸੋ ਪਹਿਲਾਂ ਆਪਣੇ ਕੋਲ ਜਿਹੜਾ ਟੌਪਿਕ ਆ ਉਹ ਟੌਪਿਕ ਹੈਗਾ ਆਪਣੇ ਕੋਲ ਸਿਸਟਮਸ ਆਫ ਬਾਇਓਲੋਜੀਕਲ ਕਲਾਸੀਫਿਕੇਸ਼ਨ। ਹੁਣ ਇਹਦੇ ਵਿੱਚ ਜਿਹੜੀ ਗੱਲ ਆਪਾਂ ਪੜ੍ਹਨੀ ਆ ਵੀ ਆਪਣੇ ਕੋਲ 3 ਸਿਸਟਮ ਆ। ਜੇ ਆਪਾਂ ਕਲਾਸੀਫਾਈ ਕਰਨਾ ਤੇ ਆਪਾਂ ਨੂੰ ਸਿਸਟਮ ਦੀ ਲੋੜ ਪਊਗੀ। ਤਾਂ ਪਹਿਲਾਂ ਆਪਣੇ ਕੋਲ ਸਿਸਟਮ ਹੈਗਾ ਆਰਟੀਫੀਸ਼ੀਅਲ ਸਿਸਟਮ, ਸੈਕੰਡ ਨੈਚੁਰਲ ਆ, ਥਰਡ ਆਪਣੇ ਕੋਲ ਫਾਈਲੋਜੈਨੇਟਿਕ ਸਿਸਟਮ ਆ। 1 ਬਾਈ 1 ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਸਿਸਟਮ ਆਪਾਂ ਪਿਕ ਕਰਿਆ ਉਹਦਾ ਨਾਮ ਹੈਗਾ ਆਪਣੇ ਕੋਲ ਆਰਟੀਫੀਸ਼ੀਅਲ ਕਲਾਸੀਫਿਕੇਸ਼ਨ ਸਿਸਟਮ। ਇੱਕ ਸਾਇੰਟਿਸਟ ਦਾ ਨਾਮ ਮੈਂਸ਼ਨ, ਸਾਇੰਟਿਸਟ ਦਾ ਨਾਮ ਹੈਗਾ ਕਾਰਲਸ ਲੀਨੀਅਸ। ਇੱਕ ਦਾ ਨਾਮ ਮੈਂ ਲਿਖ ਰਿਹਾ, ਨੋਟ ਕਰੋ, THEOPHRASTUS, ਥੀਓਪ੍ਰੈਸਟਸ, ਜਿਹਨੂੰ ਆਪਾਂ ਫਾਦਰ ਆਫ ਬੋਟਨੀ ਵੀ ਬੋਲਦੇ ਆ। ਠੀਕ ਹੈ ਜੀ। ਹੁਣ 2 ਸਾਇੰਟਿਸਟ ਆਪਣੇ ਕੋਲ ਆ ਗਏ। ਜਿਹੜਾ ਸਾਇੰਟਿਸਟ ਮੈਂ ਉੱਪਰ ਲਿਖਿਆ, ਇਹ ਸਾਇੰਟਿਸਟ ਨੇ ਆਪਾਂ ਨੂੰ ਫਸਟ ਪੁਆਇੰਟ ਦਿੱਤਾ, ਕਾਰਲਸ ਲੀਨੀਅਸ ਨੇ ਆਪਾਂ ਨੂੰ ਸੈਕੰਡ ਪੁਆਇੰਟ ਦਿੱਤਾ। ਥੀਓਪ੍ਰੈਸਟਸ ਜਿਹੜਾ ਹੈਗਾ, ਇਹਨੇ ਗੱਲ ਕੀਤੀ, ਕਹਿੰਦਾ ਵੀ ਆਪਾਂ ਪਲਾਂਟਸ ਨੂੰ ਕਲਾਸੀਫਾਈ ਕਰ ਸਕਦੇ ਹਾਂ, ਬਟ ਆਪਾਂ ਕਲਾਸੀਫਿਕੇਸ਼ਨ ਉਹਨਾਂ ਦੀ ਕਰਾਂਗੇ ਉਹਨਾਂ ਦੇ ਵੈਜੀਟੇਟਿਵ ਕਰੈਕਟਰ ਦੇਖ ਕੇ। ਵੈਜੀਟੇਟਿਵ ਕਰੈਕਟਰ ਮਤਲਬ ਉਹਨਾਂ ਦਾ ਹੈਬਿਟ ਕਿੱਦਾਂ ਦਾ, ਕਲਰ ਕਿੱਦਾਂ ਦਾ, ਨੰਬਰ, ਸ਼ੇਪ ਆਫ ਲੀਫ, ਮਤਲਬ ਸ਼ੇਪ ਕਿੱਦਾਂ ਦੀ ਹੈ ਲੀਫ ਦੀ, ਇੱਕ ਬ੍ਰਾਂਚ ਦੇ ਉੱਪਰ ਕਿੰਨੇ ਲੀਫ ਪ੍ਰੈਜ਼ੈਂਟ ਆ, ਲੀਫ ਦਾ ਕਲਰ ਕੀ ਆ, ਫਲਾਵਰ ਦਾ ਕਲਰ ਕੀ ਆ, ਫਿਰ ਉਸ ਤੋਂ ਬਾਅਦ ਹੈਬਿਟ। ਇਹ ਗੱਲ ਸੁਣਨ ਵਾਲੀ ਆ। ਹੈਬਿਟ ਦੀ ਜੇ ਗੱਲ ਕਰੀਏ ਤਾਂ ਹੈਬਿਟ ਦਾ ਮਤਲਬ ਆ ਵੀ ਆਪਣੇ ਕੋਲ ਕੁਝ ਕੁ ਪਲਾਂਟ ਇਦਾਂ ਦੇ ਆ ਵੀ ਜਿਵੇਂ ਆਪਾਂ ਗ੍ਰਾਸ ਦੀ ਗੱਲ ਕਰ ਲੈਂਦੇ, ਕੁਝ ਕੁ ਆਪਣੇ ਕੋਲ ਪਲਾਂਟਸ ਹੈਗੇ ਆ ਜਿਵੇਂ ਆਪਾਂ ਹਰਬਸ ਦੀ ਗੱਲ ਕਰੀਏ, ਫਿਰ ਆਪਣੇ ਕੋਲ ਆ ਜਾਂਦੇ ਸ਼ਰਬਸ, ਫਿਰ ਆਪਣੇ ਕੋਲ ਆ ਜਾਂਦੇ ਆ ਸਮੌਲ ਟਰੀ, ਰਾਈਟ। ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਬਿਗ ਟਰੀ, ਰਾਈਟ। ਗ੍ਰਾਸ, ਹਰਬ, ਸ਼ਰਬ, ਸਮੌਲ ਟਰੀ, ਫਿਰ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਆ ਬਿਗ ਟਰੀ। ਇਹ ਹੈਬਿਟਸ ਆ। ਹੈਬਿਟ ਇਹ ਨਾ ਸਮਝ ਲਓ ਜਿਵੇਂ ਆਪਣੀਆਂ ਹੈਬਿਟਸ, ਆਪਣੀਆਂ ਆਦਤਾਂ ਹੁੰਦੀਆਂ। ਇਹਦੇ ਵਿੱਚ ਆਪਣੇ ਕੋਲ ਆ ਵੀ ਟਾਈਪਸ ਆਫ ਟਰੀ, ਰਾਈਟ। ਕੁਝ ਆਪਣੇ ਕੋਲ ਬਹੁਤ ਛੋਟੇ ਆ, ਕੁਝ ਆਪਣੇ ਕੋਲ ਬਹੁਤ ਵੱਡੇ ਆ, ਰਾਈਟ। ਹੁਣ ਅਗਲਾ ਜੇ ਆਪਾਂ ਪੁਆਇੰਟ ਪੜ੍ਹੀਏ ਤਾਂ ਅਗਲੇ ਪੁਆਇੰਟ ਦੇ ਵਿੱਚ ਕੀ ਡਿਸਕਸ ਕਰਿਆ, ਅਗਲੇ ਪੁਆਇੰਟ ਦੇ ਵਿੱਚ ਲੀਨੀਅਸ ਨੇ ਕਹਿਤਾ। ਲੀਨੀਅਸ ਨੇ ਕੀ ਕਿਹਾ, ਕਹਿੰਦਾ ਵੀ ਆਪਾਂ ਕਲਾਸੀਫਿਕੇਸ਼ਨ ਕਰ ਸਕਦੇ ਹਾਂ, ਬਟ ਕਲਾਸੀਫਿਕੇਸ਼ਨ ਕਰਾਂਗੇ ਐਂਡਰੋਸ਼ੀਅਮ ਸਟਰਕਚਰ ਦੇ ਬੇਸ ਤੇ। ਹੁਣ ਐਂਡਰੋਸ਼ੀਅਮ ਕੀ ਹੁੰਦਾ, ਐਂਡਰੋਸ਼ੀਅਮ ਆਪਣੇ ਕੋਲ ਕੀ ਆ, 10th ਕਲਾਸ ਦੇ ਵਿੱਚ ਤੁਸੀਂ ਇੱਕ ਚੀਜ਼ ਪੜ੍ਹੀ, ਫਲਾਵਰ। ਫਲਾਵਰ ਦਾ ਇੱਕ ਮੇਲ ਪਾਰਟ ਪੜ੍ਹਿਆ, ਮੇਲ ਪਾਰਟ ਦਾ ਜਿਹੜਾ ਟਿਪ ਵਾਲਾ ਪੋਰਸ਼ਨ ਆ ਇਹ ਆਪਣੇ ਕੋਲ ਐਂਥਰ ਆ, ਇਹ ਵਾਲੀ ਜਿਹੜੀ ਆਪਣੇ ਕੋਲ ਸਟਾਕ ਆ ਇਹ ਆਪਣੇ ਕੋਲ ਹੈਗੀ ਆ ਫਿਲਾਮੈਂਟ। ਠੀਕ ਹੈ ਜੀ। ਦੋਵਾਂ ਨੂੰ ਮਿਲਾ ਕੇ ਆਪਾਂ ਇੱਕ ਨਾਮ ਦੇ ਦਿੰਦੇ ਆ, ਸਟੈਮਨ। ਹੁਣ ਗਰੁੱਪ ਆਫ ਸਟੈਮਨ ਨੂੰ ਨਾਮ ਦੇ ਦਿੰਦੇ ਆ ਆਪਾਂ ਐਂਡਰੋਸ਼ੀਅਮ। ਠੀਕ ਹੈ ਜੀ। ਇਹਨੇ ਕਾਰਲਸ ਲੀਨੀਅਸ ਨੇ ਕਿਹਾ ਵੀ ਕਲਾਸੀਫਿਕੇਸ਼ਨ ਆਪਾਂ ਪਲਾਂਟ ਦੀ ਕਰਾਂਗੇ, ਬਟ ਆਪਾਂ ਕਲਾਸੀਫਿਕੇਸ਼ਨ ਕਰਾਂਗੇ ਅਕੋਰਡਿੰਗ ਟੂ ਦਾ ਐਂਡਰੋਸ਼ੀਅਮ ਸਟਰਕਚਰ। ਤੁਸੀਂ ਇੱਧਰ ਦੇਖ ਸਕਦੇ ਹੋ ਡਿਫਰੈਂਟ ਟਾਈਪ ਦੇ ਆਪਣੇ ਕੋਲ ਨੇਮ ਮੈਂਸ਼ਨ ਆ, ਡਿਫਰੈਂਟ ਟਾਈਪ ਦੇ ਉਹਨਾਂ ਦੇ ਬੰਚ ਬਣੇ ਹੋਏ ਆ। ਇਹਨਾਂ ਦੇ ਬੰਚ ਬਣੇ ਹੋਏ ਆ, ਸਟੈਮਨਸ ਦੇ ਬੰਚ ਬਣੇ ਹੋਏ ਆ। ਕਹਿੰਦਾ ਇਸ ਅਕੋਰਡਿੰਗ ਆਪਾਂ ਪਲਾਂਟ ਨੂੰ ਕਲਾਸੀਫਾਈ ਕਰਾਂਗੇ, ਬਟ ਇਹਨਾਂ ਦਾ ਦੋਵਾਂ ਦਾ ਜਿਹੜਾ ਕਹਿਣਾ ਇਹ ਕਿਤੇ ਨਾ ਕਿਤੇ ਗਲਤ ਸਾਬਿਤ ਹੋਇਆ। ਸੋ ਇਸ ਆਰਟੀਫੀਸ਼ੀਅਲ ਕਲਾਸੀਫਿਕੇਸ਼ਨ ਸਿਸਟਮ ਦੇ ਕੁਝ ਆਪਣੇ ਕੋਲ ਡਰਾਬੈਕ ਰਹੇ।
ਕੁਝ ਖਾਮੀਆਂ ਰਹੀਆਂ। ਕਿ ਕਿਹੜੀਆਂ ਖਾਮੀਆਂ ਰਹੀਆਂ ਉਹਦੀ ਗੱਲ ਕਰਾਂਗੇ ਆਪਾਂ। ਕਹਿੰਦਾ ਦੇ ਸੈਪਰੇਟ ਦਾ ਕਲੋਜ਼ਲੀ ਰਿਲੇਟਡ ਸਪੀਸ਼ੀਜ਼। ਕਹਿੰਦਾ ਕੁਝ ਕੁ ਸਪੀਸ਼ੀਜ਼ ਇਦਾਂ ਦੀਆਂ ਵੀ ਆ ਵੀ ਜਿਹੜੀਆਂ ਬਹੁਤ ਕਲੋਜ਼ਲੀ ਰਿਜ਼ੈਂਬਲ ਕਰਦੀਆਂ, ਬਟ ਉਹਨਾਂ ਦੇ ਐਂਡਰੋਸ਼ੀਅਮ ਸਟਰਕਚਰ ਜਿਹੜੇ ਹੈਗੇ ਆ ਉਹ ਅਲੱਗ ਹੋ ਸਕਦੇ ਆ। ਬਟ ਇਹਨਾਂ ਨੇ ਉਹਨਾਂ ਨੂੰ ਕਲਾਸੀਫਾਈ ਕਰਤਾ ਇੱਕ ਤਰ੍ਹਾਂ ਦੇ ਕਰੈਕਟਰ ਦੇਖ ਕੇ, since they were based on a few characteristics, right? ਕੁਝ ਕੁ ਕਰੈਕਟਰ ਦੇ ਕੇ ਇਹਨਾਂ ਨੇ closely related species ਨੂੰ ਕਲਾਸੀਫਾਈ ਕਰਤਾ, right? ਇਹ ਸਭ ਤੋਂ ਵੱਡਾ ਡਰਾਬੈਕ ਰਿਹਾ ਇਹਨਾਂ ਦਾ। ਅਗਲਾ ਜੇ ਡਰਾਬੈਕ ਦੇਖੀਏ ਤਾਂ ਇਹ ਵੀ ਸਭ ਤੋਂ ਵੱਡਾ ਆਪਾਂ ਕਹਿ ਸਕਦੇ ਹਾਂ ਡਰਾਬੈਕ। ਹੁਣ ਇਹਨਾਂ ਨੇ ਕੀ ਕਿਹਾ, ਕਹਿੰਦਾ ਵੀ ਇਕੁਅਲ ਵੇਟੇਜ ਦਿੱਤੀ ਹੈ ਇਹਨਾਂ ਨੇ। ਜੇ ਆਪਾਂ ਗੱਲ ਕਰੀਏ 10th ਕਲਾਸ ਦੀ, ਤਾਂ 10th ਕਲਾਸ ਦੇ ਵਿੱਚ ਤੁਸੀਂ ਪੜ੍ਹ ਕੇ ਆਏ ਹੋ ਵੀ ਹਾਊ ਡੂ ਆਰਗੇਨਿਜ਼ਮ ਰੀਪਰੋਡਿਊਸ, ਡਿਫਰੈਂਟ ਵੇ ਆ ਆਰਗੇਨਿਜ਼ਮ ਦੇ ਰੀਪਰੋਡਿਊਸ ਕਰਨ ਦੇ। ਤਾਂ ਵੈਜੀਟੇਟਿਵ ਮਤਲਬ ਜਿਵੇਂ ਆਪਣੇ ਕੋਲ ਆਰਗੇਨਿਜ਼ਮ ਫਰੈਗਮੈਂਟੇਸ਼ਨ ਦੇ ਨਾਲ ਰੀਪਰੋਡਿਊਸ ਕਰ ਰਿਹਾ, ਰਾਈਟ। ਸੈਕਸ਼ੂਅਲੀ ਮਤਲਬ ਜਿਵੇਂ ਆਪਾਂ ਕਵਾਂਗੇ ਵੀ ਪੋਲਨ ਗ੍ਰੇਨਸ ਟ੍ਰਾਂਸਫਰ ਹੁੰਦੇ ਆ ਫਰਮ ਵਨ ਪਲਾਂਟ ਟੂ ਅਨਦਰ ਪਲਾਂਟ, ਰਾਈਟ। ਦੋਵੇਂ ਆਪਣੇ ਕੋਲ ਡਿਫਰੈਂਟ ਕਰੈਕਟਰ ਹੈ, ਇਹਨਾਂ ਨੇ ਇਕੁਅਲ ਵੇਟੇਜ ਦੇਤੀ ਤੇ ਜਿਨ੍ਹਾਂ ਨੂੰ ਅਸੈਪਟ ਨਹੀਂ ਕੀਤਾ ਕਿਸੇ ਨੇ, ਰਾਈਟ। ਕਿਉਂਕਿ ਜਿਹੜੇ ਆਪਣੇ ਕੋਲ ਵੈਜੀਟੇਟਿਵ ਕਰੈਕਟਰ ਹੁੰਦੇ ਆ, ਵੈਜੀਟੇਟਿਵ ਕਰੈਕਟਰ ਦੇ ਉੱਪਰ এনवायरमेंट ਦਾ ਬਹੁਤ ਫਰਕ ਹੁੰਦਾ, ਬਹੁਤ ਪ੍ਰਭਾਵ ਹੁੰਦਾ, ਰਾਈਟ। ਤੇ ਜੇ ਆਪਾਂ ਸੈਕਸ਼ੂਅਲ ਕਰੈਕਟਰ ਦੀ ਗੱਲ ਕਰੀਏ ਤਾਂ ਇਹਦਾ ਜ਼ਿਆਦਾ ਇਫੈਕਟ ਨਹੀਂ ਹੁੰਦਾ। ਆਪਾਂ ਨਾਰਮਲੀ ਆਪਣੀ ਗੱਲ ਕਰੀਏ, ਆਪਾਂ ਧੁੱਪ ਦੇ ਵਿੱਚ ਥੋੜਾ ਟਾਈਮ ਜ਼ਿਆਦਾ ਖੜੇ ਹੋ ਜਾਈਏ ਤਾਂ ਆਪਾਂ ਨੂੰ ਟੈਨਿੰਗ ਹੋ ਜਾਂਦੀ ਆ, ਰਾਈਟ। ਉਹ ਜਿਹੜੀ ਆਪਣੇ ਕੋਲ ਟੈਨਿੰਗ ਹੋਈ ਆ, ਉਹ ਟੈਨਿੰਗ ਕੀ ਆ ਵੀ ਆਪਣੇ ਸੈਕਸ਼ੂਅਲ ਕਰੈਕਟਰ ਤੇ ਕੋਈ ਫਰਕ ਨਹੀਂ ਪਿਆ, এনवायरमेंट ਨੇ ਆਪਣੀ ਬਾਡੀ ਤੇ ਫਰਕ ਪਾਇਆ। ਬਟ ਕੁਝ ਦਿਨਾਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਤੁਹਾਡਾ ਜਿਹੜਾ ਕਲਰ ਆ ਉਹ ਫਿਰ ਨਾਰਮਲ ਹੋ ਜਾਊਗਾ। ਸੈਕਸ਼ੂਅਲ ਕਰੈਕਟਰ ਇਫੈਕਟ ਨਹੀਂ ਹੁੰਦੇ। ਇਹ ਨਹੀਂ ਹੈਗਾ ਵੀ ਇੱਕ ਪਰਸਨ ਜੇ ਧੁੱਪ ਦੇ ਵਿੱਚ ਖੜੂਗਾ ਤਾਂ ਉਹਦਾ ਜੈਂਡਰ ਜਿਹੜਾ ਹੈਗਾ ਉਹ ਚੇਂਜ ਹੋ ਜਾਊਗਾ, ਰਾਈਟ। ਆਉਣ ਵਾਲੇ ਸਮੇਂ ਦੇ ਵਿੱਚ ਜੇ ਚੇਂਜ ਹੋ ਜਾਊਗਾ, ਰਾਈਟ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਫਿਰ ਆਪਣੇ ਕੋਲ ਨਵਾਂ ਸਿਸਟਮ ਜਿਹੜਾ ਹੈਗਾ ਉਹ ਇਨਵੋਲਵ ਕੀਤਾ ਗਿਆ। ਨਵਾਂ ਸਿਸਟਮ ਜਿਹੜਾ ਇਨਵੋਲਵ ਕੀਤਾ ਗਿਆ, ਸਿਸਟਮ ਦਾ ਨਾਮ ਆਪਣੇ ਕੋਲ ਨੈਚੁਰਲ ਕਲਾਸੀਫਿਕੇਸ਼ਨ ਸਿਸਟਮ। ਉਹ ਨੈਚੁਰਲ ਕਲਾਸੀਫਿਕੇਸ਼ਨ ਸਿਸਟਮ ਦੀ ਗੱਲ ਕਰੀਏ ਤਾਂ ਇਹ ਨੈਚੁਰਲ ਅਫਿਨਿਟੀਜ਼ ਦੇ ਬੇਸ ਤੇ ਆ। ਨੈਚੁਰਲ ਅਫਿਨਿਟੀ ਦਾ ਮਤਲਬ ਆ ਵੀ ਆਪਾਂ ਕਹੀਏ ਕੁਝ ਕੁ ਸਿਮਿਲੈਰਿਟੀਜ਼ ਇਦਾਂ ਦੀਆਂ ਜਿਹੜੀਆਂ ਨੈਚੁਰਲੀ ਆ ਜਾਂਦੀਆਂ। ਕੁਝ ਪਲਾਂਟ ਇਦਾਂ ਦੇ ਹੋਣ ਵੀ ਜਿਹਦੇ ਸਿੰਪਲ ਲੀਫ ਤੋਂ ਕੰਪਾਊਂਡ ਲੀਫ ਬਣ ਗਏ, ਸਿੰਪਲ ਲੀਫ ਤੋਂ ਕੰਪਾਊਂਡ ਲੀਫ ਬਣ ਗਏ। ਤਾਂ ਕੰਪਾਊਂਡ ਲੀਫ ਜਿਹੜੇ ਬਣੇ ਆ, ਲੀਫਲੈਟ ਜਿਹੜੇ ਬਣੇ ਆ, ਉਹ ਲੀਫਲੈਟ 5 ਬਣੇ ਆ। ਦੂਸਰਾ ਪਲਾਂਟ ਵੀ ਇਦਾਂ ਹੀ ਹੋਵੇ ਵੀ ਜਿਹਦੇ 5 ਬਣ ਜਾਣ। ਇਹਦਾ ਮਤਲਬ ਨੈਚੁਰਲੀ ਉਹਨਾਂ ਦੇ ਵਿੱਚ ਸਿਮਿਲੈਰਿਟੀਜ਼ ਆ ਗਈਆਂ, ਰਾਈਟ। ਇਹ ਆਪਣੇ ਕੋਲ ਹੁੰਦੀਆਂ ਨੈਚੁਰਲ ਅਫਿਨਿਟੀਜ਼, ਠੀਕ ਹੈ ਜੀ। ਅਗਲੀ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੇ ਆਪਣੇ ਕੋਲ ਕਾਰਲਸ ਲੀਨੀਅਸ ਤੇ ਦੂਸਰੇ ਦੀ ਆਪਾਂ ਗੱਲ ਕਰੀਏ ਥੀਓਪ੍ਰੈਸਿਟਸ ਦੀ ਗੱਲ ਕਰੀਏ, ਉਹਨਾਂ ਨੇ ਐਕਸਟਰਨਲ ਫੀਚਰਸ ਦੇ ਉੱਪਰ ਕੰਮ ਕੀਤਾ ਸੀਗਾ। ਸੇਮ ਇਹਨਾਂ ਨੇ ਵੀ ਲੈ ਲਏ ਐਕਸਟਰਨਲ ਫੀਚਰ, ਨਾਲ ਐਡ ਕਰਤੇ ਇਹਨਾਂ ਨੇ ਇੰਟਰਨਲ ਫੀਚਰ ਐਡ ਕਰਤੇ ਅਲਟਰਾ ਸਟਰਕਚਰ ਵੀ ਸੈੱਲ ਦੇ ਅੰਦਰ ਕੀ ਆ, ਰਾਈਟ। ਉਸ ਤੋਂ ਬਾਅਦ ਐਨਾਟਮੀ ਨੂੰ ਡਿਸਕਸ ਕਰ ਲਿਆ। ਐਨਾਟਮੀ ਆਪਣੇ ਕੋਲ ਕਲੀਅਰ ਹੀ ਆ ਆਪਾਂ ਨੂੰ ਵੀ ਆਪਾਂ ਇੰਟਰਨਲ ਸਟਰਕਚਰ ਦੀ ਜਦੋਂ ਗੱਲ ਕਰਦੇ ਆ, ਰਾਈਟ। ਕਿੱਦਾਂ ਦੇ ਟਿਸ਼ੂ ਪ੍ਰੈਜ਼ੈਂਟ ਆ, ਕਿਹੜੇ ਟਿਸ਼ੂ ਜ਼ਿਆਦਾ ਪ੍ਰੈਜ਼ੈਂਟ ਆ, ਰਾਈਟ। ਜਿਵੇਂ ਆਪਾਂ ਕਹੀਏ ਵੀ ਨਾਰਮਲੀ ਮੋਸਟਲੀ ਅਬੰਡੈਂਟ ਜਿਹੜਾ ਆਪਣੇ ਕੋਲ ਟਿਸ਼ੂ ਪਾਇਆ ਜਾਂਦਾ ਉਹ ਆਪਣੇ ਕੋਲ ਪੈਰੈਂਕਾਈਮਾ ਹੁੰਦਾ ਪਲਾਂਟਸ ਦੇ ਵਿੱਚ, ਜੇ ਆਪਾਂ ਗੱਲ ਕਰੀਏ, ਰਾਈਟ। ਐਮਬ੍ਰੀਓਲੋਜੀ ਨੂੰ ਸਟੱਡੀ ਆਫ ਐਮਬ੍ਰੀਓ। ਫਿਰ ਫਾਈਟੋਕੈਮਿਸਟਰੀ ਦਾ ਮਤਲਬ ਵੀ ਆਪਾਂ ਪਲਾਂਟਸ ਦੇ ਪ੍ਰੋਡਕਟਸ ਦੀ ਗੱਲ ਕਰਦੇ ਹਾਂ, ਪਲਾਂਟਸ ਪ੍ਰੋਡਕਟਸ, ਠੀਕ ਹੈ ਜੀ। ਪਲਾਂਟ ਪ੍ਰੋਡਕਟਸ ਦੀ ਗੱਲ ਕਰਦੇ ਹਾਂ। ਪਲਾਂਟ ਪ੍ਰੋਡਕਟਸ ਮਤਲਬ ਜਿਵੇਂ ਆਪਾਂ ਕਹੀਏ ਵੀ ਕੁਝ ਪਲਾਂਟ ਇਦਾਂ ਦੇ ਆ ਵੀ ਜਿਨ੍ਹਾਂ ਤੋਂ ਆਪਾਂ ਨੂੰ ਗਮ ਮਿਲਦੀ ਆ, ਰੇਜ਼ਿਨ ਮਿਲਦੀ ਆ, ਰਾਈਟ। ਉਹ ਵੀ ਇੱਕ ਕੈਮੀਕਲ ਆ, ਉਹਦੀ ਫਾਈਟੋਕੈਮਿਸਟਰੀ ਅਲੱਗ ਆ। ਫਿਰ ਆਪਣੇ ਕੋਲ ਟੀ ਪਲਾਂਟ ਵੀ ਆ, ਉਹਨਾਂ ਨੇ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਕੈਮੀਕਲਸ ਦੇਣੇ। ਕਿਸੇ ਨੇ ਆਪਾਂ ਨੂੰ ਕੈਫੀਨ ਦੇਣੀ ਆ, ਰਾਈਟ। ਜਿਵੇਂ ਕਾਫੀ ਆ, ਕਾਫੀ ਦੇ ਵਿੱਚ ਤੁਹਾਨੂੰ ਕੈਫੀਨ ਮਿਲਦੀ ਆ। ਇਹ ਸਾਰੇ ਕੈਮੀਕਲ ਆ। ਜਦੋਂ ਆਪਾਂ ਇਹਨਾਂ ਦੀ ਸਟੱਡੀ ਕਰਦੇ ਆ ਇਹਨੂੰ ਬੋਲਦੇ ਆਪਾਂ ਫਾਈਟੋਕੈਮਿਸਟਰੀ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਕਹਿੰਦਾ ਵੀ ਆਪਣੇ ਕੋਲ ਜਿਹੜੇ ਫਲਾਵਰਿੰਗ ਪਲਾਂਟਸ ਆ, ਫਲਾਵਰਿੰਗ ਪਲਾਂਟਸ ਦੀ ਜਿਹੜੀ ਕਲਾਸੀਫਿਕੇਸ਼ਨ ਹੈਗੀ ਆ ਉਹ ਅਬਵ ਜਿਹੜੇ ਕਰੈਕਟਰਸ ਹੈਗੇ ਆ ਇਹਨਾਂ ਨੂੰ ਆਪਾਂ ਡਿਸਕਸ ਕਰਕੇ ਦਿੱਤੀ ਗਈ। ਬਟ ਇਹ ਕਲਾਸੀਫਿਕੇਸ਼ਨ ਦਿੱਤੀ ਕਿਹਨੇ ਗਈ, ਇਹ ਆਪਣੇ ਕੋਲ 2 ਸਾਇੰਟਿਸਟ ਹੋਏ ਆ। ਇੱਕ ਹੈਗਾ ਆਪਣੇ ਕੋਲ ਬੈਂਥਮ ਤੇ ਇੱਕ ਹੈਗਾ ਆਪਣੇ ਕੋਲ ਹੁਕਰ, ਰਾਈਟ। ਮੈਂ ਇਹ 2 ਵਰਡ ਹੀ ਕਿਉਂ ਅੰਡਰਲਾਈਨ ਕੀਤੇ ਆ ਕਿਉਂਕਿ ਮੋਸਟਲੀ ਇਹਨਾਂ ਦੇ ਇਹ ਨਾਮ ਜਿਹੜੇ ਹੈਗੇ ਆ ਜਾਣੇ ਜਾਂਦੇ ਆ, ਕਲੀਅਰ। ਵੈਸੇ ਆਪਾਂ ਇਹਨਾਂ ਦੇ ਫੁੱਲ ਨੇਮ ਪ੍ਰੋਨਾਂਸ ਕਰ ਸਕਦੇ ਆ, ਜਾਰਜ ਬੈਂਥਮ ਐਂਡ ਜੋਸਫ ਡਾਲਟਨ ਹੁਕਰ, ਰਾਈਟ। ਇਹਨਾਂ ਦੋਵਾਂ ਨੇ ਮਿਲ ਕੇ ਆਪਣੇ ਕੋਲ ਨੈਚੁਰਲ ਕਲਾਸੀਫਿਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਦਿੱਤਾ।
ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਅਗਲੇ ਕਰੈਕਟਰ ਦੀ, ਅਗਲੇ ਆਪਣੇ ਕੋਲ ਕਲਾਸੀਫਿਕੇਸ਼ਨ ਸਿਸਟਮ ਦੀ। ਉਹਦਾ ਨਾਮ ਆਪਣੇ ਕੋਲ ਆ ਫਾਈਲੋਜੈਨੇਟਿਕ ਕਲਾਸੀਫਿਕੇਸ਼ਨ ਸਿਸਟਮ। ਫਾਈਲੋਜੈਨੇਟਿਕ ਦਾ ਮਤਲਬ ਉਹ ਕਲਾਸੀਫਿਕੇਸ਼ਨ ਸਿਸਟਮ ਜਿਹੜਾ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਦੇ ਬੇਸ ਤੇ ਆ। ਐਵੋਲੂਸ਼ਨਰੀ ਰਿਲੇਸ਼ਨਸ਼ਿਪ ਦੀ ਜੇ ਗੱਲ ਕਰੀਏ ਤਾਂ ਤੁਸੀਂ ਇੱਥੇ ਇੱਕ ਟਰੀ ਦੇਖ ਰਹੇ ਹੋ, ਮਤਲਬ ਇੱਕ ਐਂਸੈਸਟਰ ਆ, ਇੱਕ ਆਪਣੇ ਕੋਲ ਐਂਸੈਸਟਰ ਆ। ਐਂਸੈਸਟਰ ਦਾ ਮਤਲਬ ਹੁੰਦੇ ਆਪਣੇ ਪੁਰਖੇ, ਰਾਈਟ, ਪੂਰਵਜ, ਠੀਕ ਹੈ ਜੀ। ਐਂਸੈਸਟਰ ਸੇਮ ਹੋਵੇ, ਦੋ ਆਰਗੇਨਿਜ਼ਮ ਉਹਨਾਂ ਦਾ ਐਂਸੈਸਟਰ ਕੀ ਹੋਵੇ, ਸੇਮ ਹੋਵੇ। ਜੇ ਮੈਂ ਦੇਖਾਂ ਵੀ ਆਪਣੇ ਕੋਲ ਹਿਊਮਨ ਬੀਇੰਗ ਤੇ ਦੂਸਰੀ ਸਾਈਡ ਤੇ ਆਪਾਂ ਗੱਲ ਕਰੀਏ ਏਪਸ ਦੀ, ਰਾਈਟ। ਹਿਊਮਨ ਬੀਇੰਗਸ ਤੇ ਏਪਸ ਦਾ ਇੱਕ ਆਪਣੇ ਕੋਲ ਕਾਮਨ ਐਂਸੈਸਟਰ ਆ, ਰਾਈਟ। ਕਾਮਨ ਐਂਸੈਸਟਰ ਜਿਹੜਾ ਆਪਣੇ ਕੋਲ ਹੈਗਾ ਉਹਦਾ ਨਾਮ ਹੈਗਾ ਡਰਾਇਓਪੈਥਿਕਸ, DRYO ਪੈਥਿਕਸ, PITHECUS, ਡਰਾਇਓਪੈਥਿਕਸ, ਠੀਕ ਹੈ ਜੀ। ਇਹ ਆਪਣੇ ਕੋਲ ਆਰਗੇਨਿਜ਼ਮ ਹੀ ਆ, ਘਬਰਾਇਓ ਨਾ, ਇਹ ਆਪਣੇ ਕੋਲ ਆਰਗੇਨਿਜ਼ਮ ਹੀ ਆ, ਰਾਈਟ। ਏਪਸ ਵਰਗਾ ਹੀ ਦਿਖਦਾ, ਇਹ ਕਾਮਨ ਐਂਸੈਸਟਰ ਆ, ਇਹਦੇ ਤੋਂ ਹੀ ਹਿਊਮਨ ਬੀਇੰਗ ਬਣੇ, ਇਹਦੇ ਤੋਂ ਹੀ ਏਪ ਬਣਿਆ। ਕਲੀਅਰ ਹੋਇਆ ਜੀ ਗੱਲ। ਇਹਦਾ ਮਤਲਬ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਹੈਗਾ ਕਿਹਦਾ, ਮੈਨ ਦਾ, ਏਪ ਦਾ, ਕਿਹਦੇ ਨਾਲ, ਡਰਾਇਓਪੈਥਿਕਸ ਦੇ ਨਾਲ, ਠੀਕ ਹੈ ਜੀ। ਜਦੋਂ ਆਪਾਂ ਇਸ ਤਰ੍ਹਾਂ ਦੇ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਦੇ ਥਰੂ ਕਲਾਸੀਫਾਈ ਕਰਦੇ ਹਾਂ ਆਰਗੇਨਿਜ਼ਮਸ ਨੂੰ, ਉਹਨੂੰ ਆਪਾਂ ਬੋਲਦੇ ਹਾਂ ਫਾਈਲੋਜੈਨੇਟਿਕ ਕਲਾਸੀਫਿਕੇਸ਼ਨ ਸਿਸਟਮ। ਕਹਿੰਦਾ this assumes that the organism in the same taxa have a common ancestor। ਸੇਮ ਟੈਕਸਾ ਦੇ ਵਿੱਚ ਜਿਹੜੇ ਆਰਗੇਨਿਜ਼ਮ ਰੱਖੇ ਆ ਉਹਨਾਂ ਦਾ ਕਾਮਨ ਐਂਸੈਸਟਰ ਹੁੰਦਾ ਹੋਊਗਾ। ਜਿਵੇਂ ਆਪਾਂ ਟੈਕਸਾ ਦੀ ਗੱਲ ਕਰੀਏ ਤਾਂ ਟੈਕਸਾ ਮਤਲਬ ਕੈਟਾਗਰੀ, ਮਤਲਬ ਸਪੀਸ਼ੀਜ਼ ਹੋਵੇ, ਫੈਮਿਲੀ ਹੋਵੇ, ਕਲਾਸ ਹੋਵੇ, ਇਹ ਸਾਰੀਆਂ ਆਪਣੇ ਕੋਲ ਟੈਕਸਾ, ਠੀਕ ਹੈ। ਤੁਸੀਂ ਇੱਕ ਹੀ ਟੈਕਸਾ ਦੇ ਵਿੱਚ ਅਲੱਗ-ਅਲੱਗ ਆਰਗੇਨਿਜ਼ਮਸ ਨੂੰ ਰੱਖਿਆ, ਇਹਦਾ ਮਤਲਬ ਇਹ ਆ ਵੀ ਉਹਨਾਂ ਆਰਗੇਨਿਜ਼ਮ ਦਾ ਐਂਸੈਸਟਰ ਕੀ ਹੋਊਗਾ, ਕਾਮਨ ਹੋਊਗਾ। ਕਲੀਅਰ ਹੋ ਗਿਆ ਜੀ। ਨੈਕਸਟ ਆਪਣੇ ਕੋਲ ਤੁਹਾਡੀ ਹੈਲਪ ਕਰਨ ਦੇ ਲਈ ਕੁਝ ਆਪਣੇ ਕੋਲ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ, ਜਿਵੇਂ ਆਪਾਂ ਲਿਖਿਆ ਵੀ ਅਦਰ ਸੋਰਸਸ ਟੂ ਰਿਜ਼ੋਲਵ ਦਾ ਪ੍ਰੋਬਲਮਸ ਇਨ ਦਾ ਕਲਾਸੀਫਿਕੇਸ਼ਨ। ਕਈ ਵਾਰੀ ਪ੍ਰੋਬਲਮਸ ਆ ਜਾਂਦੀਆਂ ਤੇ ਉਹਨਾਂ ਨੂੰ ਆਪਾਂ ਸੋਲਵ ਕਰਨਾ, ਤੇ ਉਹਦੇ ਲਈ ਆਪਣੇ ਕੋਲ 3 ਹੈਲਪਲਾਈਨਸ ਹੈਗੀਆਂ। ਪਹਿਲੀ ਆਪਣੇ ਕੋਲ ਹੈਗੀ ਨਿਊਮੈਰੀਕਲ ਟੈਕਸੋਨੋਮੀ, ਦੂਸਰੀ ਹੈ ਸਾਈਟੋ ਟੈਕਸੋਨੋਮੀ, ਤੀਸਰੀ ਹੈਗੀ ਆਪਣੇ ਕੋਲ ਕੀਮੋ ਟੈਕਸੋਨੋਮੀ। ਟੈਕਸੋਨੋਮੀ ਦੀ ਜੇ ਗੱਲ ਕਰੀਏ ਤਾਂ ਟੈਕਸੋਨੋਮੀ ਆਪਾਂ ਨੂੰ ਕਲੀਅਰ ਹੀ ਆ ਵੀ ਆਪਣੇ ਨੂੰ ਇੱਕ ਆਰਗੇਨਿਜ਼ਮ ਮਿਲਿਆ, ਇੱਕ ਆਰਗੇਨਿਜ਼ਮ ਨੂੰ ਆਪਾਂ ਕਲਾਸੀਫਾਈ ਕਰ ਲਿਆ, ਫਿਰ ਉਹਨੂੰ ਆਪਾਂ ਆਇਡੈਂਟੀਫਾਈ ਕਰ ਲਿਆ, ਫਿਰ ਆਪਾਂ ਉਹਦਾ ਨੋਮਨਕਲੇਚਰ ਕਰਤਾ, ਰਾਈਟ। ਇੱਕ ਆਰਗੇਨਿਜ਼ਮ ਨੂੰ ਕਲਾਸੀਫਾਈ ਕਰ ਲਿਆ, ਆਇਡੈਂਟੀਫਾਈ ਕਰ ਲਿਆ, ਨਾਮ ਵੀ ਦੇਤਾ, ਇਹਦੇ ਲਈ ਆਪਾਂ ਵਰਡ ਯੂਜ਼ ਕਰ ਲੈਂਦੇ ਆ ਟੈਕਸੋਨੋਮੀ। ਕਹਿੰਦਾ ਇਟ ਇਜ਼ ਬੇਸਡ ਔਨ ਆਲ ਅਬਜ਼ਰਵੇਬਲ ਕਰੈਕਟਰਸ। ਆਲ ਵਰਡ ਯੂਜ਼ ਕਰ ਲਿਆ, ਧਿਆਨ ਦੇਣਾ ਇਹਨਾਂ ਨੇ, ਆਲ ਵਰਡ ਯੂਜ਼ ਕਰ ਲਿਆ। ਇੱਕ ਪਲਾਂਟ ਦੇ ਜੇ ਕਰੈਕਟਰਸ ਨੂੰ ਦੇਖਣਾ ਹੋਵੇ ਤਾਂ ਉਹਦੇ ਬਹੁਤ ਕਰੈਕਟਰਸ ਹੁੰਦੇ ਆ ਪਲਾਂਟ ਦੇ, ਰਾਈਟ। ਨਾਰਮਲੀ ਜੇ ਮੈਂ ਗੱਲ ਕਰਾਂ, ਤੁਹਾਡੇ ਨਾਲ ਡਿਸਕਸ ਕਰਾਂ, ਇੱਕ ਪਲਾਂਟ ਦੀ ਹਾਈਟ, ਇਹ ਵੀ ਇੱਕ ਕਰੈਕਟਰ। ਪਲਾਂਟ ਦੇ ਲੀਫ ਦਾ ਕਲਰ, ਇਹ ਵੀ ਇੱਕ ਕਰੈਕਟਰ, ਰਾਈਟ। ਫਿਰ ਪਲਾਂਟ ਦੇ ਸੀਡ ਦੀ ਸ਼ੇਪ, ਇਹ ਵੀ ਆਪਣੇ ਕੋਲ ਇੱਕ ਕਰੈਕਟਰ ਆ, ਰਾਈਟ। ਇਸ ਤਰ੍ਹਾਂ ਦੇ ਬਹੁਤ ਸਾਰੇ ਕਰੈਕਟਰਸ ਹੁੰਦੇ ਆ, ਸਾਰਿਆਂ ਦੀ ਗੱਲ ਕਰ ਰਿਹਾ ਇਹ। ਕਹਿੰਦਾ ਵੀ ਆਲ ਅਬਜ਼ਰਵੇਬਲ ਕਰੈਕਟਰਸ। ਫਿਰ ਉਸ ਤੋਂ ਬਾਅਦ ਕਹਿੰਦਾ ਇਟ ਇਜ਼ ਕੈਰੀਡ ਆਊਟ ਯੂਜ਼ਿੰਗ ਦਾ ਕੰਪਿਊਟਰ। ਆਬਵੀਅਸਲੀ ਜੇ ਆਪਾਂ ਸਾਰੇ ਕਰੈਕਟਰਸ ਨੂੰ ਲੈਣਾ ਤਾਂ ਸਾਰੇ ਕਰੈਕਟਰਸ ਨੂੰ ਕੈਲਕੂਲੇਟ ਕਰਨ ਦੇ ਲਈ ਆਪਾਂ ਨੂੰ ਕੰਪਿਊਟਰ ਦੀ ਜ਼ਰੂਰਤ ਪੈਣੀ ਹੈ। ਤੇ ਹਰ ਇੱਕ ਕਰੈਕਟਰ ਨੂੰ ਕਹਿੰਦਾ ਵੀ ਨੰਬਰ ਤੇ ਕੋਡ ਦਿੱਤੇ ਹੋਏ ਆ। ਨੰਬਰ ਐਂਡ ਕੋਡਸ ਆਰ ਅਸਾਈਨਡ to all the characters and the data are processed. Thus, the hundreds of characters can be equally considered. ਇੱਕੋ ਵਾਰੀ ਤੇ ਆਪਾਂ 100 characters ਨੂੰ observe ਕਰ ਸਕਦੇ ਹਾਂ, ਰਾਈਟ। ਵੀ ਕਿਹੜਾ ਕਰੈਕਟਰ ਕਿਹਦੇ ਨਾਲ ਮੈਚ ਕਰ ਰਿਹਾ, ਕਿਹਦੇ ਨਾਲ ਨਹੀਂ ਮੈਚ ਕਰ ਰਿਹਾ। ਹਾਂਜੀ, ਸਾਰੀ ਡਿਟੇਲ ਪਹਿਲਾਂ ਹੀ ਕੰਪਿਊਟਰ ਦੇ ਵਿੱਚ ਪਾਈ ਜਾਂਦੀ ਹੈ, ਰਾਈਟ। ਬਹੁਤ ਸਾਰੇ ਸੌਫਟਵੇਅਰ ਬਣੇ ਹੋਏ ਆ, ਬਾਇਓ ਇਨਫੋਰਮੈਟਿਕਸ ਇਹਦੀ ਸਟੱਡੀ ਆ ਵੀ ਜਿਹੜੇ ਸਾਰਾ ਕੁਝ ਕਰਦੇ ਆ, ਕਲੀਅਰ ਜੀ। ਉਸ ਤੋਂ ਬਾਅਦ ਆਪਣੇ ਕੋਲ ਪੁਆਇੰਟ ਆਉਂਦਾ ਸਾਈਟੋਟੈਕਸੋਨੋਮੀ ਦਾ। ਕਹਿੰਦਾ ਇਟ ਇਜ਼ ਬੇਸਡ ਔਨ ਸਾਈਟੋਲੋਜੀਕਲ ਇਨਫੋਰਮੇਸ਼ਨ। ਸਾਈਟੋਲੋਜੀਕਲ ਮਤਲਬ ਕ੍ਰੋਮੋਸੋਮ ਨੰਬਰ, ਕਿੰਨੇ ਕ੍ਰੋਮੋਸੋਮ ਆ, ਸਟਰਕਚਰ ਕਿਦਾਂ ਦੀ ਆ, ਬਿਹੇਵੀਅਰ ਕਿਦਾਂ ਦਾ,
ਰਾਈਟ। ਉਸ ਤੋਂ ਬਾਅਦ ਆਪਣੇ ਕੋਲ ਲਾਸਟ ਤੇ ਪੁਆਇੰਟ ਆ ਕੀਮੋਟੈਕਸੋਨੋਮੀ। ਇਟ ਯੂਜ਼ਸ ਦ ਕੈਮੀਕਲ ਕਨਸਟੀਟਿਊਐਂਟਸ ਆਫ ਅ ਪਲਾਂਟ। ਕਿਹੜੇ ਕਿਹੜੇ ਕੈਮੀਕਲਸ ਉਸ ਪਲਾਂਟ ਦੇ ਵਿੱਚ ਪ੍ਰੈਜ਼ੈਂਟ ਆ, ਜਾਂ ਕਿਹੜੇ ਕਿਹੜੇ ਕੈਮੀਕਲ ਨੇ ਉਸ ਪਲਾਂਟ ਨੂੰ ਬਣਾਉਣ ਦੇ ਵਿੱਚ ਹੈਲਪ ਕੀਤੀ ਆ। ਜਿਵੇਂ ਕੁਝ ਕੁ ਪਲਾਂਟ ਇਦਾਂ ਦੇ ਆ ਵੀ ਆਪਾਂ ਨੂੰ ਬਾਹਰ ਤੋਂ ਵੀ ਸੋਇਲ ਦੇ ਵਿੱਚ ਕੁਝ ਚੀਜ਼ਾਂ ਮਿਕਸ ਕਰਨੀਆਂ ਪੈਂਦੀਆਂ ਉਹਨਾਂ ਦੀ ਗਰੋਥ ਜ਼ਿਆਦਾ ਕਰਨ ਦੇ ਲਈ, ਰਾਈਟ। ਮਤਲਬ ਆਪਾਂ ਉਹ ਦੇਖਦੇ ਹਾਂ ਵੀ ਇਸ ਪਲਾਂਟ ਦੇ ਵਿੱਚ ਇਹ ਚੀਜ਼ ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈ, ਉਹਦਾ ਕੈਮੀਕਲ ਕਨਸਟੀਟਿਊਐਂਟਸ ਉਹ ਹੈਗਾ ਕਿ ਨਹੀਂ ਹੈਗਾ। ਕਲੀਅਰ ਹੈ ਜੀ। ਇਹਦੇ ਨਾਲ ਅੱਜ ਦਾ ਆਪਣਾ ਜਿਹੜਾ ਇਹ ਟੌਪਿਕ ਆ ਇਹ ਕੰਪਲੀਟ ਹੁੰਦਾ। ਆਪਾਂ ਅਗਲਾ ਟੌਪਿਕ ਐਲਗੀ ਕਰਾਂਗੇ ਜਲਦੀ, ਤੁਹਾਡੇ ਨਾਲ ਵੀਡੀਓ ਜਿਹੜੀ ਆ ਉਹ ਸ਼ੇਅਰ ਕੀਤੀ ਜਾਊਗੀ। ਥੈਂਕ ਯੂ ਵੈਰੀ ਮਚ।